हेलो व्यूअर्स, वेलकम टू माय चैनल RDK स्टडीज़। ਤਾਂ ਅੱਜ ਦਾ ਟੌਪਿਕ ਰਹੇਗਾ ਮੇਕਿੰਗ ਨੋਟਸ, ਹਾਊ ਟੂ ਮੇਕ ਨੋਟਸ। ਐਬਿਲਿਟੀ ਇਨਹਾਂਸਮੈਂਟ ਕੋਰਸ ਚਾਹੇ ਜਿਸ ਵੀ ਕਲਾਸ ਨੂੰ ਹੈ, ਚਾਹੇ ਰੈਗੂਲਰ ਹੈ ਚਾਹੇ ਡਿਸਟੈਂਸ ਐਜੂਕੇਸ਼ਨ ਹੈ, ਐਂਟਰੀ ਪੁਆਇੰਟ ਕਲਾਸਿਸ ਨੂੰ ਇੱਕ ਐਬਿਲਿਟੀ ਇਨਹਾਂਸਮੈਂਟ ਕੋਰਸ ਹੈ, ਉਹਦੇ ਵਿੱਚ ਹੈ ਨੋਟ ਮੇਕਿੰਗ। ਇਸ ਤੋਂ ਇਲਾਵਾ IDC ਇੰਟਰਡਿਸਪਲਿਨਰੀ ਕੋਰਸ ਦੇ ਵਿੱਚ ਵੀ ਨੋਟ ਮੇਕਿੰਗ ਜੋ ਹੈ ਮੈਂਸ਼ਨਡ ਹੈ। ਤਾਂ ਅਸੀਂ ਅੱਜ ਡਿਸਕਸ ਕਰਾਂਗੇ ਨੋਟ ਮੇਕਿੰਗ ਹੁੰਦਾ ਕੀ ਹੈ, ਇਹਨੂੰ ਕਰਨਾ ਕਿਸ ਤਰੀਕੇ ਨਾਲ ਹੈ, ਈਜ਼ੀ ਵੇ ਨਾਲ ਡਿਸਕਸ ਕਰਾਂਗੇ। ਕੋਸ਼ਿਸ਼ ਕਰਾਂਗੇ ਵੀਡੀਓ ਛੋਟੀ ਹੀ ਰਹੇ, ਤਾਂ ਪਲੀਜ਼ ਐਂਡ ਟਿੱਕਰ ਧਿਆਨ ਨਾਲ ਸੁਣਨਾ। ਮੇਕਿੰਗ ਨੋਟ ਮੇਕਿੰਗ ਦੇ ਵਿੱਚ ਕੀ ਹੈ, ਨਾਮ ਤੋਂ ਹੀ ਕਲੀਅਰ ਹੈ, ਦਿਸ ਇਜ਼ ਐਨ ਆਰਟ। ਤੁਹਾਨੂੰ ਕੋਈ ਲੌਂਗ ਜੋ ਹੈ ਸਕ੍ਰਿਪਟ ਦਿੱਤੀ ਗਈ, ਬਹੁਤ ਲੰਬਾ ਜੋ ਮੈਟਰ ਦਿੱਤਾ ਗਿਆ, ਅਤੇ ਤੁਸੀਂ ਉਹਨੂੰ ਸ਼ਾਰਟ ਦੇ ਵਿੱਚ ਬਹੁਤ ਪ੍ਰਿਸਾਈਜ਼ ਲਿਖਣਾ ਹੈ, ਬਹੁਤ ਸ਼ਾਰਟ ਕਰਕੇ ਲਿਖਣਾ ਹੈ। ਪਰ ਉਹਦੇ ਲਈ ਤੁਸੀਂ ਕੀ ਕਰਨਾ ਹੈ, ਕੀ ਯੂਜ਼ ਕਰੋਗੇ, ਕਿਸ ਤਰੀਕੇ ਨਾਲ ਕਰੋਗੇ, ਉਹ ਅਸੀਂ ਪੜ੍ਹਾਂਗੇ। ਨੋਟ ਮੇਕਿੰਗ ਮੀਨਸ ਪ੍ਰੈਜੈਂਟਿੰਗ ਬਿਗ ਚੰਕਸ ਆਫ ਨੌਲੇਜ, ਮਤਲਬ ਜ਼ਿਆਦਾ ਵੱਡੀ ਨੌਲੇਜ ਨੂੰ ਬਹੁਤ ਨੀਟ ਅਤੇ ਬਰੀਫ ਫਾਰਮ ਦੇ ਵਿੱਚ ਪੇਸ਼ ਕਰਨਾ। ਤਾਂ ਨੋਟ ਮੇਕਿੰਗ ਕੀ ਹੋਏਗੀ, ਬਹੁਤ ਬਰੀਫ ਮਤਲਬ ਬਹੁਤ ਸਮਰਾਈਜ਼ਡ, ਛੋਟੀ ਜਿਹੀ। ਦੈਨ ਓਨਲੀ ਰੈਲੀਵੈਂਟ ਫੈਕਟਸ, ਰੈਲੀਵੈਂਟ ਮੀਨਸ ਅਸੀਂ ਇੰਪੋਰਟੈਂਟ ਫੈਕਟਸ ਜਿਹੜੇ ਹੈ ਪੇਸ਼ ਕਰਾਂਗੇ, ਇਹ ਨਹੀਂ ਹੈ ਕਿ ਇੱਧਰ ਉੱਧਰ ਦੀਆਂ ਗੱਲਾਂ ਉਹਦੇ ਵਿੱਚ ਕਰਾਂਗੇ। ਦੈਨ ਓਨਲੀ ਵਰਡਸ ਔਰ ਫਰੇਜ਼ਿਸ ਇਹਦੇ ਵਿੱਚ ਯੂਜ਼ ਕੀਤੇ ਜਾਣਗੇ, ਸੈਂਟੈਂਸਿਸ ਨਹੀਂ ਬਣਾਏ ਜਾਣਗੇ। In other words, the language used in making or taking notes may not be grammatically very correct। ਤਾਂ ਮਤਲਬ ਅਸੀਂ ਇਹ ਨਹੀਂ ਦੇਖਣਾ ਕਿ is, am, are, was, were ਸਹੀ ਲੱਗਿਆ ਹੋਣਾ ਚਾਹੀਦਾ ਹੈ। ਸਿਰਫ ਵਰਡਸ ਮੈਂਸ਼ਨ ਹੋਣ ਜਿਹੜੇ ਕਿ ਗੱਲ ਨੂੰ ਕਨਵੇ ਕਰਦੇ ਹੋਣ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਦੈਨ ਇਨਫੋਰਮੇਸ਼ਨ ਇਜ਼ ਪ੍ਰੈਜੈਂਟਡ ਇਨ ਅ ਟੈਬੂਲਰ ਫਾਰਮ, ਮੀਨਸ ਇਹ ਟੇਬਲ ਦੇ ਵਿੱਚ ਹੀ ਕਰਾਂਗੇ। ਜਿਸ ਤਰ੍ਹਾਂ ਕਿ ਅਸੀਂ ਰਿਪੋਰਟ ਰਾਈਟਿੰਗ ਕੀਤਾ ਹੈ, ਈਮੇਲ ਰਾਈਟਿੰਗ ਕੀਤਾ ਹੈ, ਅਤੇ ਅਸੀਂ ਉਹਨੂੰ ਬਾਕਸ ਬਣਾ ਕੇ ਹੀ ਕੀਤਾ ਹੈ। ਈਮੇਲ ਰਾਈਟਿੰਗ ਵੀ ਬਾਕਸ ਦੇ ਵਿੱਚ ਕੀਤਾ ਹੈ, ਇਸੇ ਤਰੀਕੇ ਨੋਟ ਮੇਕਿੰਗ ਵੀ ਅਸੀਂ ਬਾਕਸ ਦੇ ਵਿੱਚ ਹੀ ਕਰਾਂਗੇ। ਦੈਨ ਉਸ ਤੋਂ ਬਾਅਦ ਇਨਫੋਰਮੇਸ਼ਨ ਇਜ਼ ਪ੍ਰੋਸੈਸਡ ਇਨ ਟੈਬੂਲਰ ਫਾਰਮ, ਇਟ ਇਜ਼ ਡਿਵਾਈਡਡ ਐਂਡ ਸਬ ਡਿਵਾਈਡਡ। ਦ ਡਿਵੀਜ਼ਨ ਮੇ ਬੀ, ਹੁਣ ਡਿਵਾਈਡਡ ਐਂਡ ਸਬ ਡਿਵਾਈਡਡ ਮੀਨਸ ਜੋ ਹੈਡਿੰਗ ਹੋਣਗੀਆਂ ਉਹਨਾਂ ਦਾ ਅਸੀਂ ਉਹਨਾਂ ਨੂੰ ਪਾਰਟ ਲਿਖਾਂਗੇ, ਹੈਡਿੰਗ ਦੇਵਾਂਗੇ। ਦੈਨ ਉਸ ਤੋਂ ਬਾਅਦ ਉਹਨੂੰ ਸਬ ਡਿਵਾਈਡ ਕਰਾਂਗੇ। ਜਿਸ ਤਰ੍ਹਾਂ ਫਸਟ ਹੈਡਿੰਗ ਹੈ ਤਾਂ ਉਸ ਦਾ 1.1 ਸਬ ਹੈਡਿੰਗ, 1.2 ਅਗਲੀ ਸਬ ਹੈਡਿੰਗ, 1.3 ਅਗਲੀ ਸਬ ਹੈਡਿੰਗ। ਤਾਂ ਇਸੇ ਤਰੀਕੇ ਹੀ ਜੇ ਅਸੀਂ ਲਿਖਿਆ A, ਠੀਕ ਹੈ, ਤਾਂ ਉਹਦੇ ਅੱਗੇ 0.1 ਰੋਮਨ ਦੇ ਵਿੱਚ 2, 3 ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਦੇਰ ਆਰ ਵੇਰੀਅਸ ਵੇ, ਉਹ ਅਸੀਂ ਅੱਗੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾ ਪੁਆਇੰਟ ਆ ਗਿਆ ਹੈਡਿੰਗਸ ਐਂਡ ਸਬ ਹੈਡਿੰਗਸ, ਜਾਂ ਇਹਨੂੰ ਕਹਿ ਸਕਦੇ ਹੋ ਹੈਡਿੰਗਸ ਐਂਡ ਸਬ ਹੈਡਿੰਗਸ। ਅਤੇ ਇੱਕ ਤੁਸੀਂ ਇਹਨੂੰ ਦੇਣਾ ਟਾਈਟਲ। ਟਾਈਟਲ ਤੁਸੀਂ ਸਾਰਾ ਪੈਰਾ ਪੜ੍ਹਨ ਤੋਂ ਬਾਅਦ ਹੀ ਦਿਓਗੇ। ਐਬਰੀਵੇਸ਼ਨਸ ਕੀ ਹੁੰਦੀਆਂ, ਸ਼ਾਰਟ ਫਾਰਮਸ। ਜਿਸ ਤਰ੍ਹਾਂ ਕਿ ਫੋਰ ਐਗਜ਼ਾਮਪਲ ਅਸੀਂ ਕੋਈ ਗੱਲ ਕਹਿਣੀ ਹੈ, ਮੈਂ ਲਿਖਣਾ ਲਾਇਬ੍ਰੇਰੀ, ਮੈਂ ਲਾਇਬ੍ਰੇਰੀ ਲਿਖਣ ਦੀ ਬਜਾਏ LIB ਲਿਖ ਦਿੱਤਾ, ਕਲੀਅਰ। ਮੈਂ ਲਿਖਤਾ ਗਵਰਨਮੈਂਟ ਲਿਖਣ ਦੀ ਬਜਾਏ ਮੈਂ GOVT ਲਿਖ ਦਿੱਤਾ। ਮੀਨਸ ਤੁਸੀਂ ਟਾਈਮ ਸੇਵ ਕਰ ਰਹੇ ਹੋ, ਪੂਰਾ ਵਰਡ ਲਿਖਣ ਦੀ ਬਜਾਏ ਉਹਦੀ ਐਬਰੀਵੇਸ਼ਨ ਮੀਨਸ ਉਹਦੀ ਸ਼ਾਰਟ ਫਾਰਮ ਲਿਖ ਰਹੇ ਹੋ। ਮੈਂ ਲਿਖਣਾ ਹੈ ਮੈਂਬਰ ਆਫ ਪਾਰਲੀਮੈਂਟ, ਤਾਂ ਮੈਂ ਲਿਖ ਦਿੱਤਾ MP, ਕਲੀਅਰ। ਮੈਂ ਲਿਖਣਾ ਚੀਫ ਮਿਨਿਸਟਰ, ਅਤੇ ਮੈਂ ਲਿਖ ਦਿੱਤਾ CM, ਫਾਈਨ। ਅਤੇ ਸ਼ਾਰਟ ਫਾਰਮ ਐਬਰੀਵੇਸ਼ਨ ਬਣਾਉਣ ਦੇ ਵੀ ਵੱਖਰੇ ਵੱਖਰੇ ਤਰੀਕੇ ਹੈ। The next one, abbreviations and symbols. Common abbreviations are given in dictionaries. In addition, one can use one's own set of abbreviations and symbols. ਹੁਣ abbreviations ਤੁਹਾਨੂੰ ਸਮਝ ਆ ਗਿਆ ਕਿ what is abbreviation, but what are symbols? For example, ਮੈਂ ਲਿਖਣਾ is equal to, ਤਾਂ ਮੈਂ symbol ਪਾ ਦਾਂਗੀ। ਮੈਂ ਲਿਖਣਾ ਫॉर एग्जाम्पल, ਤਾਂ ਮੈਂ E.G ਪਾ ਦਾਂਗੀ, ਕਲੀਅਰ। ਮੈਂ ਲਿਖਣਾ that is, ਤਾਂ ਮੈਂ I.E ਪਾ ਦਾਂਗੀ। these are few symbols, fine। next, ਫॉर एग्जाम्पल ਇਹਦੇ ਵਿੱਚ ਹੁਣ ਜਿਸ ਤਰ੍ਹਾਂ ਲਿਖਿਆ ਪਾਰਲੀਮੈਂਟ may be reduced to PARL, means this is abbreviation, or PAR or P। ਤਾਂ ਪਰ ਇਸ ਤਰ੍ਹਾਂ ਦੀ ਜੋ ਤੁਸੀਂ ਐਬਰੀਵੇਸ਼ਨ ਦੇ ਰਹੇ ਹੋ, ਇਹ ਨਾ ਹੋਵੇ ਕਿ ਸੇਮ ਐਬਰੀਵੇਸ਼ਨ ਤੁਸੀਂ 2-3 ਵਰਡਸ ਨੂੰ ਦੇ ਦਿਓ,
ठीक है। ਤਾਂ ਇਸ ਲਈ ਇੱਕੋ ਹੀ ਵਰਡ ਦੀ ਇੱਕੋ ਹੀ ਤਰ੍ਹਾਂ ਦੀ ਐਬਰੀਵੇਸ਼ਨ ਹੋਣੀ ਚਾਹੀਦੀ ਹੈ। ਦੈਨ ਨੈਕਸਟ, ਹੁਣ ਤੁਸੀਂ ਕਿੰਨਾ ਗੱਲਾਂ ਦਾ ਸਮ ਇੰਪੋਰਟੈਂਟ ਡੂਜ਼, ਕਿੰਨਾ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਨੋਟ ਮੇਕਿੰਗ ਟਾਈਮ। ਨੋਟਸ ਸ਼ੁੱਡ ਬੀ ਸ਼ਾਰਟ ਐਂਡ ਟੂ ਦਾ ਪੁਆਇੰਟ। ਜੋ ਨੋਟਸ ਹੈ ਉਹ ਬੜੇ ਸ਼ਾਰਟ ਹੋਣੇ ਚਾਹੀਦੇ ਹੈ ਅਤੇ ਸਿੱਧੀ ਗੱਲ ਕੀਤੀ ਹੋਵੇ, ਇੱਕ ਗੱਲ ਨੂੰ ਵਾਰੀ ਵਾਰੀ ਘੁਮਾ ਕੇ ਨਾ ਕੀਤਾ ਹੋਵੇ। They should be relevant, containing all important information। ਤਾਂ ਮਤਲਬ ਜੋ really relevant ਟੁਕ ਵੀ ਇਨਫੋਰਮੇਸ਼ਨ ਹੋਵੇ ਅਤੇ ਇੰਪੋਰਟੈਂਟ ਹੋਵੇ, ਫਜ਼ੂਲ ਦੀਆਂ ਗੱਲਾਂ ਵਿੱਚ ਨਹੀਂ ਕੀਤੀਆਂ ਹੋਣ। Then next one, they should be in logical order। Logical order means point wise, ਜਿਸ ਤਰ੍ਹਾਂ ਹੈਡਿੰਗਸ ਬਣਾਇਆ ਦੈਨ ਸਬ ਹੈਡਿੰਗ ਬਣਾਇਆ ਤਾਂ ਲੌਜੀਕਲੀ ਉਹ ਪੁਆਇੰਟ ਚੱਲਣਾ। ਦੈਨ ਦੇਅਰ ਸ਼ੁੱਡ ਬੀ ਡਿਵੀਜ਼ਨ ਐਂਡ ਸਬ ਡਿਵੀਜ਼ਨ ਆਫ ਥੋਟਸ ਨੂੰ ਡਿਵਾਈਡ ਕਰਕੇ ਨੈਕਸਟ ਚੱਲਣਾ ਹੈ। ਦੈਨ ਐਬਰੀਵੇਸ਼ਨ ਸ਼ੁੱਡ ਬੀ ਯੂਜ਼ਡ ਵੇਅਰ ਐਵਰ ਪੋਸੀਬਲ। ਜਿੱਥੇ ਲੱਗਦਾ ਕਿ ਅਸੀਂ ਐਬਰੀਵੇਸ਼ਨ ਯੂਜ਼ ਕਰ ਸਕਦੇ ਹਾਂ ਉੱਥੇ ਅਸੀਂ ਕਰਨੀ ਹੈ। ਦੈਨ ਸਮ ਇੰਪੋਰਟੈਂਟ ਡੋਂਟਸ। ਅਸੀਂ ਡੋਂਟਸ ਮਤਲਬ ਵਟ ਵੀ ਹੈਵ ਨੋਟ ਟੂ ਡੂ, ਅਸੀਂ ਕੀ ਨਹੀਂ ਕਰਨਾ। ਹਾਂਜੀ, ਕੀ ਨਹੀਂ ਕਰਨਾ। ਅਵੋਇਡ ਦ ਯੂਜ਼ ਆਫ ਕੰਪਲੀਟ ਸੈਂਟੈਂਸ, ਪਹਿਲਾਂ ਹੀ ਦੱਸ ਚੁੱਕੀ ਹਾਂ, ਸੈਂਟੈਂਸ ਨਹੀਂ ਬਣਾਉਣਾ, ਵਰਡਸ ਲਿਖਣੇ ਹੈ। ਡੋਂਟ ਯੂਜ਼ ਐਬਰੀਵੇਸ਼ਨਸ ਦੈਟ ਮੇ ਕ੍ਰੀਏਟ ਕਨਫਿਊਜ਼ਨਸ। ਇਹ ਨਹੀਂ ਹੈ ਕਿ ਤੁਸੀਂ ਇੱਕੋ ਹੀ ਐਬਰੀਵੇਸ਼ਨ ਡਿਫਰੈਂਟ ਤਰੀਕੇ ਨਾਲ ਅਲੱਗ ਵਰਡਸ ਦੇ ਲਈ ਯੂਜ਼ ਕਰੀ ਜਾਓ। ਡੋਂਟ ਯੂਜ਼ ਐਨੀ ਇਰਰੈਲੀਵੈਂਟ ਪੀਸ ਆਫ ਇਨਫੋਰਮੇਸ਼ਨ ਇਨ ਯੋਰ ਨੋਟਸ। ਇਰਰੈਲੀਵੈਂਟ ਮਤਲਬ ਜੋ ਉਸ ਪੈਰੇ ਦੇ ਵਿੱਚ ਦਿੱਤਾ ਹੀ ਨਹੀਂ ਹੋਇਆ ਤੁਸੀਂ ਉਹ ਮੈਂਸ਼ਨ ਨਹੀਂ ਕਰਨਾ, ਜਾਂ ਇੱਕ ਗੱਲ ਨੂੰ ਉਹਨਾਂ ਨੇ ਅਲੱਗ ਤਰੀਕੇ ਨਾਲ ਦੱਸਿਆ ਪਰ ਤੁਸੀਂ ਇੱਕ ਵਾਰੀ ਹੀ ਉਸ ਨੋਟ ਦੇ ਵਿੱਚ ਮੈਂਸ਼ਨ ਕਰ ਦੇਣੀ ਹੈ। ਦੈਨ ਡੋਂਟ ਮਿਕਸ ਅਪ ਸਬ ਪੁਆਇੰਟ ਵਿਦ ਮੇਨ ਪੁਆਇੰਟ। ਮੇਨ ਪੁਆਇੰਟ ਅਤੇ ਸਬ ਪੁਆਇੰਟਸ ਨੂੰ ਮਿਕਸ ਨਹੀਂ ਕਰਨਾ। ਦੈਨ ਡੋਂਟ ਐਡ ਐਗਜ਼ਾਮਪਲਸ, ਆਰਟੀਕਲਸ ਐਂਡ ਪ੍ਰੈਪੋਜੀਸ਼ਨ। ਵੈਰੀ ਇੰਪੋਰਟੈਂਟ। ਆਰਟੀਕਲਸ, ਪ੍ਰੈਪੋਜੀਸ਼ਨ, ਐਗਜ਼ਾਮਪਲ ਦਿੱਤੀ ਹੈ ਉਹ ਨਹੀਂ ਲਿਖਣੀ, ਮਤਲਬ ਉਦਾਹਰਨ ਕੋਈ ਦਿੱਤੀ ਹੋਈ ਹੈ। ਆਰਟੀਕਲਸ ਦਿੱਤੇ ਹੈ ਲਾਈਕ ਏ ਐਂਡ ਦ, ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਦੈਨ ਪ੍ਰੈਪੋਜੀਸ਼ਨ ਦਿੱਤੀ ਹੈ ਇਨ, ਔਨ, ਐਟ, ਇਨਟੂ, ਠੀਕ ਹੈ, ਬਿਸਾਈਡ, ਤਾਂ ਇਹ ਸਭ ਕੁਝ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਹੋਪ ਕਿ ਇਹ ਚੀਜ਼ਾਂ ਕਲੀਅਰ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ। ਹੁਣ ਤੁਸੀਂ ਨੋਟ ਮੇਕਿੰਗ ਕਰੋਗੇ ਕਿਵੇਂ? ਤੁਹਾਡੇ ਕੋਲੋਂ ਪੈਰਾਗ੍ਰਾਫ ਆ ਗਿਆ, ਤੁਸੀਂ ਉਹਨੂੰ ਬਹੁਤ ਧਿਆਨ ਨਾਲ ਪੜ੍ਹੋਗੇ। ਇਫ ਯੂ ਰੀਡ ਅ ਪੀਸ ਆਫ ਰਾਈਟਿੰਗ ਔਰ ਲਿਸਨ, ਚਾਹੇ ਸੁਣਦੇ ਵਕਤ ਵੀ ਤੁਸੀਂ ਨੋਟਸ ਬਣਾਉਂਦੇ ਹੋ। ਫੋਰ ਐਗਜ਼ਾਮਪਲ, ਮੈਂ ਕਲਾਸ ਦੇ ਵਿੱਚ ਤੁਹਾਨੂੰ ਕੋਈ ਟੌਪਿਕ ਕਰਵਾ ਰਹੀ ਹਾਂ ਅਤੇ ਮੈਂ ਕਹਿ ਰਹੀ ਹਾਂ ਕਿ ਮੈਂ ਫਟਾਫਟ ਸਪੀਡਲੀ ਤੁਹਾਨੂੰ ਕਰਵਾ ਰਹੀ ਹਾਂ ਅਤੇ ਤੁਸੀਂ ਉਹਦੇ ਨੋਟਸ ਬਣਾ ਲਓ। ਤਾਂ ਤੁਸੀਂ ਕਲਾਸ ਦੇ ਵਿੱਚ ਉਹਨੂੰ ਪੂਰੇ ਵਰਡਸ ਨਹੀਂ ਲਿਖੋਗੇ, ਤਾਂ ਤੁਸੀਂ ਸਿਰਫ ਕੀ ਕਰੋਗੇ, ਜੋ ਐਬਰੀਵੇਸ਼ਨਸ ਲਿਖ ਕੇ ਪੂਰੇ ਕਰ ਲੋਗੇ ਅਤੇ ਘਰ ਜਾ ਕੇ ਨੋਟਸ ਤੋਂ ਦੀ ਹੈਲਪ ਨਾਲ ਆਪਣੇ ਜੋ ਫਾਈਨਲ ਨੋਟਸ ਹੈ ਉਹ ਪ੍ਰਿਪੇਅਰ ਕਰ ਲਓਗੇ। ਤਾਂ ਜੋ ਵੀ ਤੁਸੀਂ ਸੁਣਿਆ ਦੈਨ ਲੇਟਰ ਟਰਾਈ ਟੂ ਰਾਈਟ ਡਾਊਨ ਇਟਸ ਐਬਸਟਰੈਕਟ। ਐਬਸਟਰੈਕਟ ਕੀ ਹੁੰਦਾ ਬੱਚੇ? ਇੱਕ ਸ਼ਾਰਟ ਫਾਰਮ ਦੇ ਵਿੱਚ ਤੁਸੀਂ ਜੋ ਪੂਰੀ ਗੱਲ ਕਹਿਣਾ ਚਾਹੁੰਦੇ ਹੋ ਉਹਨੂੰ ਤਿਆਰ ਕੀਤਾ ਜਾਂਦਾ ਹੈ, ਐਬਸਟਰੈਕਟ ਤਿਆਰ ਕੀਤਾ ਜਾਂਦਾ ਹੈ। ਯੂ ਵਿਲ ਫਾਈਂਡ ਡੈਟ ਮੈਨੀ ਆਫ ਦ ਪੁਆਇੰਟਸ ਹੈਵ ਸਲਿਪਡ ਫਰੋਮ ਯੋਰ ਮੈਮਰੀ। ਤਾਂ ਕਈ ਪੁਆਇੰਟਸ ਨਿਕਲ ਗਏ ਹੈ ਤੁਹਾਡੇ ਦਿਮਾਗ ਦੇ ਵਿੱਚੋਂ। ਤਾਂ ਉਸ ਕੇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਉਹਨਾਂ ਨੋਟਸ ਨੂੰ ਲਿਖ ਲੈਂਦੇ ਹਾਂ। ਜੋ ਵੀ ਅਸੀਂ ਪੜ੍ਹਿਆ ਜਾਂ ਜੋ ਵੀ ਅਸੀਂ ਸੁਣਿਆ ਅਸੀਂ ਉਹਨਾਂ ਨੂੰ ਨੋਟ ਫਾਰਮ ਦੇ ਵਿੱਚ ਲਿਖ ਲੈਂਦੇ ਹਾਂ। ਐਂਡ ਆਫਟਰ ਯੂ ਹੈਵ ਡਨ, ਜਦੋਂ ਤੁਸੀਂ ਇਹ ਕਰ ਲੈਂਦੇ ਹੋ ਤਾਂ ਤੁਸੀਂ ਈਜ਼ਲੀ ਜੋ ਉਸ ਐਬਸਟਰੈਕਟ ਤੋਂ ਨੋਟਸ ਆਪਣੀ ਜੋ ਹੈ ਫੁੱਲ ਫਾਰਮ ਦੇ ਵਿੱਚ ਤਿਆਰ ਕਰ ਸਕਦੇ ਹੋ ਅਤੇ ਉਹਨੂੰ ਬੈਟਰ ਵੇ ਨਾਲ ਸਮਝ ਸਕਦੇ ਹੋ। ਯੂ ਵਿਲ ਨਾਟ ਬੀ ਮੇਅਰਲੀ ਰੀਡਿੰਗ ਔਰ ਲਿਸਨਿੰਗ ਪੈਸਿਵਲੀ। ਤੁਸੀਂ ਪੈਸਿਵਲੀ ਨਹੀਂ ਸੁਣਦੇ, ਐਕਟਿਵਲੀ ਸੁਣ ਕੇ, ਸਪੀਕਰ ਨੂੰ ਐਕਟਿਵਲੀ ਸੁਣ ਕੇ ਜਾਂ ਪੈਰਾਗ੍ਰਾਫ ਨੂੰ ਐਕਟਿਵਲੀ ਪੜ੍ਹ ਕੇ ਜਾਂ ਕੰਟੈਂਟ ਨੂੰ ਐਕਟਿਵਲੀ ਪੜ੍ਹ ਕੇ ਆਪਣੀ ਨੋਟਸ ਰੈਡੀ ਕਰਦੇ ਹੋ। ਤਾਂ ਨੈਕਸਟ ਹੈ, ਵੈਨ ਯੂ ਮੇਕ ਨੋਟਸ ਫਰੋਮ ਐਨ ਐਸੇ ਔਰ ਐਨ ਆਰਟੀਕਲ ਔਰ ਅ ਚੈਪਟਰ ਔਰ ਅ ਬੁੱਕ, ਕਿਤੋਂ ਵੀ ਨੋਟਸ ਬਣਾ ਰਹੇ ਹੋ, ਪਹਿਲਾ ਸਟੈਪ ਕੀ ਹੈ ਕਿ ਉਹਨੂੰ ਥੋਰੋਲੀ ਪੜ੍ਹੋ, ਚੰਗੀ ਤਰ੍ਹਾਂ ਉਹਨੂੰ ਬਿਗਨਿੰਗ ਟੂ ਐਂਡ, ਮਤਲਬ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚੰਗੀ ਤਰ੍ਹਾਂ ਪੜ੍ਹੋ। ਟੂ ਗੈਟ ਅ ਬਰਡਸ ਆਈ ਵਿਊ ਆਫ ਇਟ, ਮਤਲਬ ਬਰਡਸ ਆਈ ਮਤਲਬ ਅਸੀਂ ਜਿਸ ਤਰ੍ਹਾਂ ਪੜ੍ਹ ਕੇ ਆਏ ਹਾਂ ਸਕਿਮਿੰਗ ਐਂਡ ਸਕੈਨਿੰਗ, ਹੈ ਨਾ। ਤੁਸੀਂ ਸਕਿਮ ਕਰਨਾ ਹੈ, ਮਤਲਬ ਵਾਟ ਇਜ਼ ਓਵਰਆਲ ਹੈ ਕਿ ਇਸ ਪੈਰੇ ਦੇ ਵਿੱਚ ਸਕਿਮਿੰਗ ਕਰਨੀ ਹੈ। ਇਟਸ ਆਰਟ ਆਫ ਰੀਡਿੰਗ, ਫਾਈਨ। ਦਸ ਦਿਸ ਕਾਈਂਡ ਆਫ ਰੀਡਿੰਗ ਇਜ਼ ਕਾਲਡ ਸਕਿਮਿੰਗ।
ਬਾਈ ਸਕਿਮਿੰਗ ਦ ਪੈਸੇਜ ਵੀ ਗੈਟ ਆਨਸਰਸ ਟੂ ਦ ਫੋਲੋਇੰਗ ਕੁਐਸਚਨ। ਜਦੋਂ ਤੁਸੀਂ ਓਵਰਵਿਊ ਲਓਗੇ ਪਹਿਲੇ ਦਾ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਵਾਟ ਡਜ਼ ਦ ਪੈਸੇਜ ਡੀਲ ਵਿਦ, ਪੈਸੇਜ ਕਿਸ ਚੀਜ਼ ਬਾਰੇ ਹੈ। ਵਾਟ ਕੈਨ ਬੀ ਅ ਸੁਟੇਬਲ ਟਾਈਟਲ, ਇਹਦਾ ਟਾਈਟਲ ਸੁਟੇਬਲ ਕੀ ਰਹੇਗਾ। ਹਾਊ ਡਜ਼ ਦ ਰਾਈਟਰ ਡਿਵੈਲਪ ਦ ਥੀਮ, ਤਾਂ ਥੀਮ ਕਿਵੇਂ ਬਣਾਇਆ ਰਾਈਟਰ ਨੇ। ਤਾਂ ਦੇਖੋ ਬੇਟਾ, ਤਾਂ ਤੁਸੀਂ ਇਸ ਕੇਸ ਦੇ ਵਿੱਚ ਹੁਣ ਕੀ ਕਰਨਾ ਹੈ, ਤਾਂ ਮੈਂ ਐਡਵਾਈਸ ਕਰੂੰਗੀ ਕਿ ਜੋ ਟਾਈਟਲ ਤੁਸੀਂ ਦੇਣਾ ਹੈ, ਮੇਨ ਟਾਈਟਲ ਤੁਸੀਂ ਦੇਣਾ ਹੈ, ਤਾਂ ਤੁਸੀਂ ਸਭ ਤੋਂ ਪਹਿਲਾਂ ਪੂਰਾ ਪੈਰਾਗ੍ਰਾਫ, ਪੂਰਾ ਕੰਟੈਂਟ ਪੜ੍ਹੋਗੇ, ਪਹਿਲਾਂ ਹੈਡਿੰਗਸ ਸਬ ਹੈਡਿੰਗਸ ਬਣਾਓਗੇ, ਫਿਰ ਸਭ ਤੋਂ ਅਖੀਰ 'ਤੇ ਟਾਈਟਲ ਦਿਓਗੇ। ਕਿਉਂਕਿ ਜਿਵੇਂ ਜਿਵੇਂ ਤੁਸੀਂ ਨੋਟਸ ਬਣਾਉਂਦੇ ਜਾਓਗੇ ਤੁਹਾਨੂੰ ਕਲੀਅਰ ਹੁੰਦਾ ਜਾਏਗਾ ਕਿ ਇਸ ਪੈਰਾਗ੍ਰਾਫ ਦੀ ਜਾਂ ਇਸ ਕੰਟੈਂਟ ਦੀ ਡੈਪਥ ਕੀ ਹੈ ਅਤੇ ਪੈਰਾਗ੍ਰਾਫ ਕਹਿਣਾ ਕੀ ਚਾਹੁੰਦਾ ਹੈ। ਹੁਣ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਇੱਥੇ, ਸਿੰਪਲੀ ਜਸਟ ਦੇਖ ਲਓ ਕਿ ਕਿਸ ਤਰ੍ਹਾਂ ਬਣਦੇ ਆ ਨੋਟਸ। ਹਾਂਜੀ, ਟਾਈਟਲ TITLE, ਪਲੀਜ਼ ਇੱਦਾਂ ਨਾ ਲਿਖਿਓ, ਪਲੀਜ਼ ਦਿਸ ਇਜ਼ ਰੋਂਗ, ਫਾਈਨ। ਟਾਈਟਲ ਤੇ ਟਾਈਟਲ ਬਾਅਦ ਕੋਲਨ। ਹੁਣ ਦੇਖੋ ਬੱਚੇ, ਡੈਕੋਰਮ ਦੇਖੋ ਇਸ ਚੀਜ਼ ਦਾ ਕਿਵੇਂ ਮੇਨਟੇਨ ਕਰਨਾ ਹੈ। ਕਿਸ ਤਰ੍ਹਾਂ ਲਿਖਣਾ ਹੈ, ਆਰਗੂਮੈਂਟਸ ਫॉर एंड अगेंस्ट कैपिटल पनिशमेंट। फॉर एग्जाम्पल टाइटल है आर्ग्यूमेंट A कैपिटल फॉर F कैपिटल, देन एंड जो पाया ਉਹਨੂੰ ਸਮੋਲ A कैपिटल, देन C कैपिटल, देन P कैपिटल। टाइटल ध्यान नाल पाना है, देन नोट्स NOTES N कैपिटल, देन कॉलन। ਹੁਣ कॉलन ਇਹ ਬਿਲਕੁਲ ਇਕੱਠੇ ਹੋਣੇ ਚਾਹੀਦੇ ਹੈ। ਇਸ ਤਰ੍ਹਾਂ ਨਹੀਂ ਹੈ ਕਿ ਕੋਈ ਕॉलम ਇੱਥੇ ਹੈ ਤੇ ਕੋਈ ਇੱਥੇ ਹੈ ਤੇ ਕੋਈ ਫਿਰ ਕੋਈ ਇਸ ਤਰ੍ਹਾਂ ਹੈ, ਤਾਂ ਥੋੜਾ ਸੀਕੁਐਂਸ ਦੇ ਵਿੱਚ। ਦੈਨ ਇਹ ਪਾਰਟ, ਮੇਨ ਇਹ ਪਾਰਟ, ਕੈਪੀਟਲ ਪਨਿਸ਼ਮੈਂਟ ਇਨ ਪਾਸਟ, ਕਿ ਪਾਸਟ ਦੇ ਵਿੱਚ ਕੀ ਸੀ। ਫॉर एग्जाम्पल ਜਿਹੜਾ ਇਹ ਪਾर्ट है ਉਹਦੇ ਅੱਗੇ ਕੋਈ ਹੋਰ ਐਕਸਪਲੇਨੇਸ਼ਨ ਨਹੀਂ ਬਣਦੀ ਤਾਂ ਤੁਸੀਂ ਉਹਦੇ ਕੋਈ ਸਬ ਪੁਆਇੰਟਸ ਨਹੀਂ ਬਣਾਓਗੇ। ਦੇਖੋ, ਇੱਕ ਹੈ ਹੈਡਿੰਗ, ਧਿਆਨ ਨਾਲ ਸੁਣੋ, ਇੱਕ ਹੈ सब ਹੈਡਿੰਗ, ਇੱਕ ਹੈ टाइटल। ਹੁਣ ਧਿਆਨ ਨਾਲ ਸਮਝਣਾ, व्हाट इज़ टाइटल, व्हाट इज़ हैडिंग, व्हाट इज़ सब हैडिंग। टाइटल ਜਿਹੜਾ ਕਿ ਪੂਰੇ ਨੋਟਸ ਦਾ टाइटल ਹੈ, क्लियर, पूरे जो पैराग्राफ आया। हैडिंग ਜਿਹੜਾ ਕਿ ਤੁਸੀਂ ਇੱਕ ਪੈਰਾਗ੍ਰਾਫ 'ਚੋਂ ਇੱਕ ਸਟਾਰਟਿੰਗ ਤੋਂ ਪੜ੍ਹਿਆ, ਇੱਕ ਸਟੈਂਜ਼ਾ ਪੜ੍ਹਿਆ, ਤਾਂ ਉਹਦਾ ਕੀ ਹੈਡਿੰਗ ਬਣ ਰਿਹਾ ਅਤੇ ਉਹਦੇ ਅੱਗੇ ਸਬ ਪੁਆਇੰਟਸ ਕੀ ਆ ਰਹੇ ਹੈ। ਦੈਨ ਸਬ ਹੈਡਿੰਗਸ, ਉਸ ਪਰਟੀਕੂਲਰ ਹੈਡਿੰਗ ਦੇ ਅੱਗੋਂ ਕੀ ਪੁਆਇੰਟਸ ਦੱਸੇ ਜਾ ਰਹੇ ਹੈ। ਇੱਕ ਐਗਜ਼ਾਮਪਲ ਦੱਸ ਰਹੀ ਹਾਂ, ਜਿਸ ਤਰ੍ਹਾਂ ਕਿ ਮੈਂ ਤੁਹਾਡੇ ਕੋਲ ਇੱਕ ਪੈਰਾ ਆ ਗਿਆ, ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਫॉर एग्जाम्पल ਅਸੀਂ ਕਰ ਚੁੱਕੇ ਹਾਂ ਆਲਰੇਡੀ ਕਲਾਸ ਦੇ ਵਿੱਚ, ਕਮਿਊਨੀਕੇਸ਼ਨ ਐਂਡ ਬੈਰੀਅਰਸ ਆਫ ਕਮਿਊਨੀਕੇਸ਼ਨ ਐਂਡ ਹਾਊ ਟੂ ਓਵਰਕਮ ਦ ਬੈਰੀਅਰਸ ਆਫ ਕਮਿਊਨੀਕੇਸ਼ਨ। ਤਾਂ ਪਹਿਲੇ ਦੇ ਵਿੱਚ ਮੀਨਿੰਗ ਹੈ ਕਮਿਊਨੀਕੇਸ਼ਨ ਦਾ, ਮੀਨਿੰਗ, ਜਰਨਲ ਮੀਨਿੰਗ ਐਂਡ ਡੈਫੀਨੇਸ਼ਨ। ਤਾਂ ਤੁਸੀਂ ਟਾਈਟਲ ਕੀ, ਪੂਰਾ ਟਾਈਟਲ ਕੀ ਬਣ ਜਾਏਗਾ, ਬੈਰੀਅਰਸ ਐਂਡ ਵੇਜ਼ ਟੂ ਓਵਰਕਮ ਦਾ ਬੈਰੀਅਰਸ ਐਂਡ ਵੇਜ਼ ਟੂ ਓਵਰਕਮ। ਤਾਂ ਬੈਰੀਅਰਸ ਕੀ ਹੈ ਅਤੇ ਉਹਨਾਂ ਨੂੰ ਓਵਰਕਮ ਕਿਵੇਂ ਕਰਨਾ ਹੈ। ਦੂਸਰਾ ਇਹ ਹੋ ਗਿਆ ਮੇਨ ਟਾਈਟਲ। ਤਾਂ ਪਹਿਲਾ ਨੰਬਰ 1 ਪੁਆਇੰਟ ਜੋ ਸਬ ਟਾਈਟਲ ਹੈਡਿੰਗ ਬਣੇਗਾ ਕੀ ਬਣੇਗਾ, ਨੰਬਰ A 'ਤੇ ਕੀ ਬਣ ਜਾਏਗਾ, ਬੈਰੀਅਰਸ, ਠੀਕ ਹੈ। ਫਿਰ ਅੱਗੋਂ ਬੈਰੀਅਰਸ ਦੇ ਵਿੱਚ ਪਹਿਲਾ ਪੁਆਇੰਟ ਕੀ ਹੈ, ਲਾਈਕ ਫॉर एग्जाम्पल ਫਿਜ਼ੀਕਲ ਬੈਰੀਅਰਸ, बैरियर्स। फिर ਉਹਦਾ सब पॉइंट 1.1 1.2 1.3 ਇਹ किस तरीके ਦੇ है, ठीक है। फिर उस तरीके अगला हैडिंग आ जाएगा नंबर 2, फिजिकल बैरियर, साइकोलॉजिकल बैरियर, ठीक है। साइकोलॉजिकल भी पूरा पाने की लोड़ नहीं है, तुसी पा के तो BAR भी पा सकते हो। फिर दैन 2.1 2.2 2.3 ਇਹਦੇ ਅੱਗੋਂ ਸਬ ਪੁਆਇੰਟਸ, ਫਾਈਨ। ਇਸ ਤਰੀਕੇ ਨਾਲ ਟੌਪਿਕ ਬਣੇਗਾ। ਚਲੋ ਲੈਟ ਸਟਾਰਟ। ਅਸੀਂ ਉਹੀ ਕਰ ਰਹੇ ਸੀ, ਟਾਈਟਲ, ਆਰਗੂਮੈਂਟਸ ਫॉर एंड अगेंस्ट कैपिटल पनिशमेंट, दैन नोट्स। ਇਹ ਪੁਆਇੰਟ कैपिटल पनिशमेंट इन पास्ट है, ਉਹਦਾ ਕੋਈ ਵੀ ਅੱਗੋਂ ਸਬ ਹੈਡਿੰਗ ਨਹੀਂ ਬਣਦਾ ਤੇ ਇਸ ਤਰੀਕੇ ਛੱਡ ਦੇਣਾ। B ਪਾਰਟ, ਆਰਗੂਮੈਂਟਸ ਫॉर कैपिटल पनिशमेंट, ਤਾਂ ਕੀ ਆਰਗੂਮੈਂਟਸ ਉਹਦੇ ਫॉर, ਉਹਦੇ ਫੇਵਰ 'ਚ ਹੈ। ਤਾਂ ਨੰਬਰ 1 ਨੰਬਰ 2, B ਦਾ ਅੱਗੋਂ B ਆ ਗਿਆ ਤੁਹਾਡਾ ਜੋ ਹੈ ਐਲਫਾਬੈਟ, ਉਸ ਤੋਂ ਬਾਅਦ ਨੂਮੈਰਿਕ ਦੇ ਵਿੱਚ ਤੁਸੀਂ ਉਹਦੇ ਸਬ ਹੈਡਿੰਗਸ ਬਣਾ ਦਿੱਤੇ। beastly murders have no right to live, then 2 serves as a deterrent examples for others,
ठीक है। बस तुसी फॉर अदर्स भी नहीं पाओगे तो ये भी ठीक है, ठीक है। मतलब इन्हें शॉर्ट टू शॉर्ट रखना है। देन सी पार्ट, देन आर्ग्यूमेंट्स अगेंस्ट, अगेंस्ट मतलब उसके उल्ट। फिर उस तो बाद अगे सब हैडिंग्स 1 2 3 4। देन फोर्थ पॉइंट है जड़ा ह्यूमन लाइफ सेकच, तो ਉਹਦੇ ਵੀ ਅੱਗੋਂ सब पॉइंट बनते हैं। फिर उस ਉਹਨੂੰ ਕਿਵੇਂ ਤੁਸੀਂ ਕੀਤਾ, स्मॉल ए स्मॉल बी स्मॉल सी दैन डी पार्ट। हुण ए हैडिंग बी हैडिंग सी हैडिंग डी हैडिंग, ए दे अगों सब हैडिंग टाइटल कोई नहीं है, सब हैडिंग कोई नहीं है इसलिए नहीं बनाई। बी दे अगे सब हैडिंग्स हैगियां 1 ते 2 करके बना दी। सी दे अगे सब हैडिंग हैगियां तो नुमैरिक दे विच 1 2 3 4 करके बना दी। डी दे विच डी मेन फिर हैडिंग है पर अगे सब हैडिंग्स नहीं है तो छड्ड दिता। दिस इज़ द वन वे टू डू। ये पहला तरीका है करन दा। देखो तरीका तुसी इक्को ही फॉलो करना, जिहड़ा मर्जी कर लेना, ठीक है। सैकेंड तरीका की है सैकेंड तरीका की है ए हैडिंग बी हैडिंग 1 2, ये तो मैं समझा चुकी हूँ। नैक्सट देखो सैकेंड तरीका की है, सैकेंड तरीका की है, तुसी जिस तरह असी ए लिखिया सी उसी तरीके तुसी 1 लिख सकते हो, फिर नंबर 2 लिख सकते हो, फिर 2 के अगों सब हैडिंग्स है तो वह 2.1 तो 2.2 लिख सकते हो। फिर 3 हैडिंग है उसके अगे सब हैडिंग्स है तो 3.1 3.2 3.3 3.4 लिख सकते हो। पर अगों 3.4 के भी सब हैडिंग्स है तुसी किवें मैंशन करोगे 3.4.1 3.4.2 3.4.3, तो मतलब ये भी अगों सब हैडिंग सीगे। दोबारा दिखा रही हाँ, जिस तरह फोर्थ पॉइंट के अगों सब हैडिंग सीगे तो उन्होंने स्मॉल ए बी सी लिख के प्रेजेंट किए। जे तुसी इस वे नाल करना है तो उन्होंने 4.3.4 का अगों सब पॉइंट 1 3.4 का अगों सब पॉइंट 2 3.4 का अगों सब पॉइंट 3 अगे मेन फोर्थ पॉइंट। क्लीयर, आई थिंक दिस इज़ द दोनों ही ईजी है जिस तरीके नाल भी तुसी करना चाहते हो। वैसे हैडिंग दे अगों सब हैडिंग्स ध्यान नाल बनाने हैं। जे ए अल्फाबैट है तो ये नुमैरिक हो गया, अगों फिर तुसी ये फिर सब दे सब हैडिंग्स बनाने हैं, ये हैडिंग ये सब हैडिंग, फिर सब हैडिंग दे अगों सब हैडिंग्स बनाने हैं तो वो स्मॉल लैटर्स लिख सकते हो। होप कि दोनों तरीके क्लियर है, दोनों ही ईजी है। तो नैक्सट देखते हैं बच्चे, कंसिस्टेंसी मस्ट बी मेनटेन्ड वाइल नंबरिंग द पॉइंट्स। जो तुसी पॉइंट्स बना रहे हो तो वो लगातारता होनी चाहिए है, जिमें हैडिंग द 1 हैडिंग द 2 हैडिंग द 3 हैडिंग द 4, ठीक है। फिर सब हैडिंग द 2.1 2.2 2.3 इस तरीके आ गया। इदा नहीं है कि 1 2 फिर उस बाद चेंज कर दिता फिर उन्होंने चेंज कर दिता, नहीं। हैडिंग्स के सीक्वेंस सेम चल रहे हैं, सब हैडिंग्स के उहदे अकॉर्डिंग चल रहे हैं। नैक्सट वन, एब्रीवेशनस तुसी किस तरीके नाल बनानी है ध्यान नाल देख लो, जो मैं ऑलरेडी दस चुकी हाँ। लाइक अगेंस्ट दी एब्रीवेशन आ गया ए जी, विद दी आ गया डब्ल्यू आई, विदाउट दी आ गया डब्ल्यू, ठीक है। ए विद वाइफ ऑफ दी एब्रीवेशन भी हो सकती है, सन ऑफ दी एब्रीवेशन भी हो सकती है। फिर इसलिए तुसी एक बॉक्स बना के दसोगे कि इस एब्रीवेशन का मैं किस तरीके नाल इहनूं सॉल्व किया। नैक्सट, हाउ टू फॉर्म एब्रीवेशनस, एब्रीवेशन बनानियाँ किवें है, की तरीके एब्रीवेशन बनाने दे। नंबर 1, कैपिटलाइजेशन ऑफ इनिशियल वर्ड्स, मतलब जोड़े इनिशियल वर्ड्स है स्टार्टिंग के वर्ड्स है उन्होंने कैपिटल लैटर च लिख दिता। जिस तरह मैं पहले ही दस चुकी हाँ, मैंबर ऑफ पार्लीमेंट MP, फाइन। मैं इतने क्या यूनाइटेड किंगडम UK। दैन टेकिंग फर्स्ट फ्यू लैटर्स ऑफ द वर्ड्स, प्रैक्टिकल पहले लैटर ले ले PRAC, फाइन। दैन कमेटी दी COAM, इस तरीके ना स्टार्टिंग के लैटर्स ले ले, या टेकिंग फर्स्ट एंड लास्ट लैटर, पहला तो अखीरला लैटर, राइटिंग WRTG राइटिंग, फाइन। डिस्टेंस या डायरैक्टोरेट, इस तरीके नाल तुसी इहनूं DTE, डिपार्टमेंट DEPT,
फाइन इस तरीके नाल तुसी बना सकते हो एब्रीविएशन। दैन एडिंग एस टू मेक प्लूरल्स, फिगर्स, हुण फिगर्स सी तो फिगर्स FGRS लिख दिता। दैन नैक्सट कॉन्ट्रैक्शंस, कॉन्ट्रैक्शंस मतलब शॉर्ट फॉर्म्स, जिवें हुण दिस इज शैल नॉट है, शैल नॉट लिखिया है, तुसी ओहदी शॉर्ट फॉर्म यूज करती शैंट, एंच, एंट मतलब इज नॉट, एम नॉट, आर नॉट। तो ਉਹਦੇ ਲਈ ਅਸੀਂ ਕੀ यूज़ कर सकते हैं AIN apostrophe T। नेक्स्ट वन using universally recognized symbols like shorter than, greater than is equal to। फाइन ये सारियां तुसी यूज़ पहला भी करते हो मैथ दे विच, वही यूज़ कर सकते हो। फिर एब्रीविएशन, अवॉइड सच एब्रीविएशन एज फैमिली फॉर फैमिली, F बहुत छोटा अक्षर है वो फिर होर एब्रीविएशन बना दी, नहीं इस तरीके नाल नहीं करना। नैक्सट वन स्पेसिमेन ऑफ नोट मेकिंग, ये तुसी देख सकते हो बच्चे, एक पैराग्राफ दिता होया है, एक पर्टिकुलर पैराग्राफ तुहानूं दिता होया है, तो उस तो बाद तुसी इहदे नोट्स बनाने हैं। ये असी करांगे नैक्सट वीडियो दे विच। पहला तुसी रूल्स एंड रेगूलेशंस समझ लो, हाउ टू डू इट, ये दोनों तरीके है, चाहे इस तरीके नाल कर लो चाहे इस तरीके नाल। नैक्सट वीडियो दे विच तुहानूं डिटेल दे विच पैराग्राफ लैके समझाऊंगी कि नोट्स किस तरीके नाल तैयार करने हैं। होप कि मेन जो रूल्स हम समझाए है अबाउट एब्रीवेशंस, वो किस तरह यूज़ करनी है, वो ध्यान नाल करो। एब्रीवेशंस किस तरह यूज़ करनी है, दैन कॉन्ट्रैक्शंस किस तरह यूज़ करनी है, सिंबल्स किस तरह यूज़ करने हैं सॉरी, टाइटल, हैडिंग्स एंड सब हैडिंग्स किस तरह बनाने हैं, ये थोड़ा समझ आ गया। उम्मीद करनी है ये वीडियो थोड़ी कुछ हैल्प करेगी नोट मेकिंग दे विच। तो प्लीज़ दोनों है IDC ਲਈ भी तो AEC ਲਈ भी, तो जरूर ही तुसी वीडियो ध्यान नाल सुननी है तो करना है। इफ़ यू हैव नॉट सबसक्राइब द चैनल तो प्लीज़ सबसक्राइब कर लो तो बैल आइकन प्रेस कर दो। थैंक यू, गॉड ब्लेस यू।